ਇਹ ਦੁੱਧ ਇੱਥੇ ਹੀ ਵੇਚਦੇ ਹੋ? ਨਹੀਂ ਸ਼ਹਿਰ ਦਿੰਦੇ ਲਵਾਈ ਕੋਲ ਜੀ 90 ਰੁਪਏ 90 ਰੁਪਏ। ਤੇ ਕਿੰਨਾ ਮਣ ਤੁਹਾਡਾ ਦੁੱਧ ਹੋ ਜਾਂਦਾ? ਸਾਡਾ ਕੋ 3 ਮਣ ਦੁੱਧ 3 ਮਣ ਦੁੱਧ। ਤੇ ਨਵੇਂ ਬੰਦੇ ਨੇ ਜਿਹਨੇ ਕਾਰੋਬਾਰ ਕਰਨਾ ਹੈ ਉਹ ਅਗਰ ਮਹੀਨੇ ਦਾ 1.5 ਲੱਖ ਕਮਾਉਣਾ ਚਾਹੁੰਦਾ ਤਾਂ ਕੀ ਸਕੀਮ ਹੋਏ ਉਹਦੀ? ਇਹੋ ਸਕੀਮ ਪੈਸੇ ਲਾ ਲੈ ਕਰੋੜ ਰੁਪਈਆ। ਕਰੋੜ ਬਹੁਤਾ ਨੇ? ਨਾਲੇ ਕਰੋੜ ਜਿਵੇਂ ਚੰਗੇ ਲਿਆਉਣੇ ਕਰੋੜ ਲਾਇਆ ਲਾ ਰੁਪਇਆ ਵੀ 10,000 ਬਣਾਣਾ ਰੋਜ਼। ਤੇ ਕਰੋੜ ਕਿਹੜੀ ਗੱਲ ਤੇ ਕਰੋੜ ਲਾਏ? ਕਰੋੜ ਤੁਹਾਡੇ ਆਟੋਮੈਟਿਕ ਲੱਗੇ ਨਾ ਜਗ੍ਹਾ ਤੇ ਲੱਗ ਜਾਣਾ। ਤੂੜੀ ਵੰਡ ਇਕੱਠਾ ਲਵਾਉਣਾ 6 ਮਹੀਨਿਆਂ ਦਾ। ਡੰਗਰ ਲੈਣੇ ਨੇ? ਮੱਝਾਂ ਲਿਆਉਣੀਆਂ ਜੀ। ਇਸ ਜ਼ਮਾਨੇ ਕਰੋੜ ਕੋਈ ਗੱਲ ਹੀ ਨਹੀਂ। ਚਲੋ ਇੱਕ ਬੰਦੇ ਨੇ ਕਰੋੜ ਲਾ ਲਿਆ, ਕਿੰਨੇ ਮਹੀਨਿਆਂ ਬਾਅਦ ਜਾਂ ਕਿੰਨੇ ਸਾਲਾਂ ਬਾਅਦ ਉਹਦਾ ਕਰੋੜ ਵਾਪਸ ਆਈਏਗਾ? ਉਹ ਤੁਹਾਡੀ ਰਾਤ ਉੱਥੇ ਹੀ ਰਹਿਣੀ ਹੈ। ਵਾਪਸ ਵਾਲੀ ਗੱਲ ਕੋਈ ਨਹੀਂ। ਜੇ ਰੋਜ਼ ਤੁਹਾਨੂੰ ਜਿਹੜੀ ਕਮਾਈ ਹੋਣੀ ਉਹ ਤੁਹਾਨੂੰ ਲੱਭਣੇ ਨੇ। ਨਹੀਂ ਵਾਪਸ ਜਿਹੜੇ ਆ ਰਹੇ ਨੇ ਉਹ ਵਾਪਸ ਹੀ ਆ ਰਹੇ ਨੇ ਨਾ, ਜਿਹੜੀ ਕਮਾਈ ਆ ਰਹੀ ਹੈ। ਆ ਰਹੇ ਅੱਗੋਂ ਫਿਰ 6 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਮਾਲ ਵੀ ਪਾਣਾ ਜੇ ਵਿੱਚ। ਤੇ ਜੇ ਅਗਰ ਉਹ ਮੁਨਾਫਾ ਵੀ ਲੈਣਾ ਹੋਏ ਤੇ ਜਿਹੜੀ ਆਪਣੀ ਲਾਗਤ ਲਾਈ ਉਹ ਵੀ ਵਾਪਸ ਲੈਣੀ ਹੈ ਤੇ ਫਿਰ ਕੀ ਕਰੀਏ? ਵਾਪਸ ਲਾਣੀ ਹੋਏ ਫਿਰ ਤੁਹਾਨੂੰ ਗੇਮ ਚਲਾਣੀ ਹੈ ਆਪਣੀ ਦੁੱਧ ਦੀ। ਨਵੀਆਂ ਪੁਰਾਣੀਆਂ ਤੁਹਾਨੂੰ ਕਰਨੀਆਂ ਰਹਿਣੀਆਂ ਨੇ ਸਾਲ ਬਾਅਦ। ਜੇ ਘਰੋਂ ਸਵਾਓ ਤੇ ਫਿਰ ਕੋਈ ਗੱਲ ਨਹੀਂ। ਉਹ ਵੀ ਤੁਹਾਡੇ ਤਾਂ ਆਪਣੀ ਪੱਠੇ ਹੋਣ ਤੇ ਫਿਰ ਉਹ ਜੇ ਅਗਰ ਆਪਣੇ ਪੱਠੇ ਹੋਣ ਔਰ ਸਹੀ ਸੇਵਾ ਨਾਲ ਦੀ ਕੀਤੀ ਜਾਏ ਤੇ ਜਿਹੜਾ ਕਰੋੜ ਲਾਇਆ ਉਹ ਵਾਪਸ ਆ ਸਕਦਾ? ਉਹ ਆ ਸਕਦਾ। ਦੱਸੋ ਅਗਰ ਕੋਈ 20 ਡੰਗਰ ਰੱਖੇ ਹੁੰਦੇ ਤਾਂ ਕੀ ਸਕੀਮ ਲਾਣੀ ਚਾਹੀਦੀ ਹੈ? 20 ਡੰਗਰ 2 ਬੰਦੇ ਤੁਹਾਨੂੰ ਰੱਖਣੇ ਪੈਣੇ ਨੇ। 2 ਬੰਦੇ ਪੱਕੇ? ਪੱਕੇ। ਕੱਚਾ ਬੰਦਾ ਨਾ ਹੋਏ 10 ਮਹੀਨਾ ਲਾਏ ਨਾ ਜੇ ਕੋਈ ਵੀ ਨਵਾਂ ਆ ਜੇ। ਨਵਾਂ ਬੰਦਾ ਹੁਣ ਕੋਈ ਤਾਂ 2-3 ਦਿਨ ਪਤਾ ਨਹੀਂ ਦੱਸਣਾ ਪੈਂਦਾ ਨਾ ਇੰਜ ਘਰ। ਪੱਕੇ ਬੰਦੇ ਦਾ ਹੁੰਦਾ ਡਰ ਨਹੀਂ ਕੋਈ ਵੀ ਹੁੰਦਾ। ਸਮਝ ਆਈ ਜੇ? 10 ਮੱਲੇ ਜਗ੍ਹਾ ਲਵੋ ਖੁਰਲੀਆਂ ਬਣਾਵੇ ਜੇ। ਇੱਕ ਅੰਦਰ ਬਣਾਓ ਚਿੱਟ ਤੂੜੀ ਦਾ ਇੱਕ ਵੰਡੇ ਦਾ। ਤੂੜੀ ਦਾ ਕਿੰਨਾ ਕੁ ਛੱਡ ਹੋਣਾ ਚਾਹੀਦਾ? ਜਿਹੜੇ ਟਰੱਕ ਆਈਏ ਪੂਰਾ ਟਰੱਕ ਆਈਏ? ਪੂਰਾ ਸਾਲ ਲੰਘ ਜੇ 6 ਮਹੀਨੇ ਲੰਘਣ। ਇੱਕ ਟਰੱਕ ਕਿੰਨੀ ਵੈਸੇ? ਐਡੀ ਸਿੰਡਲ ਹੁੰਦੀ ਹੈ 700 ਮਣ ਵੀ ਹੁੰਦੀ ਹੈ 800 ਮਣ ਵੀ ਹੁੰਦੀ ਹੈ। ਉਹ ਸਾਰਾ ਲੱਗ ਜੇ? ਆਹ ਜੋ ਇਕੱਠਾ ਹੀ ਫਾਇਦਾ ਹੋਣਾ ਨਾ। ਤੇ ਕਿੰਨੇ ਤੁਹਾਡੇ ਹਿਸਾਬ ਨਾਲ ਕਿੰਨਾ ਲੰਬਾਈ ਹੋਏ, ਕਿੰਨੀ ਉਹਦੀ ਚੌੜਾਈ ਹੋਏ, ਕਿੰਨੀ ਉਚਾਈ ਹੋਏ? ਉਹਦੇ ਬਣਾ ਲੈਣੇ ਨੇ, ਬਣਾਣੀ ਨਾ ਜਗ੍ਹਾ ਜਿਹੜੀ ਦੋਰੀਆਂ ਚੌਰੀਆਂ ਮਈਆਂ ਵੱਜਣ। ਇਹ ਖੁਰਲੀਆਂ 'ਚ ਬਣਾਓ ਜਿਵੇਂ ਸਾਡੀ ਅੰਦਰ ਬਾਹਰ। ਅੱਛਾ। ਬੱਦਲ ਕਣੀ ਅੰਦਰ ਹੀ ਪਈਆਂ ਖਾਣ ਬਾਹਰ ਵੀ ਪਈਆਂ ਖਾਣ। ਖੁਰਲੀ ਜਿਹੜੀ ਉਹ ਕਿੰਨੀ ਕੁ ਉੱਚੀ ਕਿੰਨੀ ਕੁ ਨੀਵੀਂ? ਖੁਰਲੀ ਆ ਵੇਖ ਲਓ ਸਾਡੀ ਹੋਣੀ ਹੈ ਕੋਈ 4 ਫੁੱਟ ਉੱਚੀ? ਆਹਾਂ ਬਣਾਉਣੀ ਹੈ ਤਾਂ 3 ਫੁੱਟ ਲੰਮੀ। 3 ਫੁੱਟ ਲੰਬੀ? 2 ਬਣਾਉਣੀਆਂ ਪੈਣੀਆਂ ਨੇ। ਹਾਂ। ਇੱਕ ਜੇ ਵੰਡਾ ਭਾਵੇਂ ਉਸ 'ਚ ਪਾ ਲਓ ਕੋਈ ਨਹੀਂ। 2 ਉਧਰ ਹੋਣ ਖੁੱਲਾ ਹੋ ਕੇ ਮਾਲ ਖਾ ਲੈਂਦਾ ਪੱਟੇ ਚੱਟੇ। 3 ਫੁੱਟ ਵਾਲੀ ਜਿਹੜੀ ਖੁਰਲੀ ਹੋਏਗੀ ਉਹ ਚੌੜੀ ਕਿੰਨੀ ਹੋਏਗੀ? ਚੌੜੀ 3 ਹੋ ਜੇ 4 ਹੋ ਜੇ ਵਿੱਚੋਂ। ਜਿਹੜੀ 4 ਹੋਏ ਤੇ ਦਵਲੀ ਖਾ ਲੈਂਦੀਆਂ। ਠੀਕ ਹੈ। ਤੇ ਕੜੇ ਲਵਾਉਣੇ ਨੇ। ਉੱਚੀ ਵੀ 4 ਫੁੱਟ, ਚੌੜੀ ਵੀ 4 ਫੁੱਟ? ਖੁਰਲੀ ਉਹ ਮਿਸਤਰੀ ਤੋਂ ਬਣਾ ਕੇ ਦੇਣਾ ਜਗ੍ਹਾ ਦੇ ਹਿਸਾਬ ਤੇ। ਨਹੀਂ ਇੱਕ ਤੁਹਾਨੂੰ ਪੁੱਛਣਾ ਪਿਆ ਕਿ ਤਾਂ ਕਿ ਤੁਸੀਂ ਮਸ਼ਵਰੇ ਤੁਹਾਨੂੰ ਪੁੱਛਣਾ। ਭਾਜੀ ਜਦੋਂ ਮਿਸਤਰੀ ਤੋਂ ਜਗ੍ਹਾ 'ਚ ਲੈਣੀ ਹੈ ਮਿਸਤਰੀ ਖੁਰਲੀ ਬਣਾਉਣੀ ਹੈ ਜਗ੍ਹਾ ਤੋਂ ਪਤਾ ਨਹੀਂ ਕਿੰਨੀ ਚਨਾਈ ਰੱਖਣੀ ਹੈ। ਖੁਰਲੀ ਤੇ ਬੰਨੀ ਹੋਰ ਹਿਸਾਬ ਦੇ। ਲੇਕਿਨ ਤੁਸੀਂ ਅੰਦਾਜ਼ਾ ਦੱਸੋ ਨਾ ਕਿ ਇਹ ਜ਼ਮੀਨ। ਹਾਂਜੀ। ਇਹ ਖੁਰਲੀ ਆ ਬਣੀ ਦੀ 4 ਫੁੱਟ ਲਾ ਲਓ ਹਿਸਾਬ। ਠੀਕ ਹੋ ਗਿਆ। ਤੁਹਾਨੂੰ ਨਵੀਂ ਤਾਜ਼ੀ ਜਗ੍ਹਾ ਪਾਣੀ ਭਰਤੀ ਪਾਉਣੀ ਹੈ। ਉਹ ਤਾਂ ਮਿਸਤਰੀ ਸਿਆਣਾ ਦੱਸੇਗਾ ਤੁਹਾਨੂੰ। ਅੱਛਾ। ਕਿਉਂ ਤਾਂ ਸਾਦੀ ਦੀ ਜਗ੍ਹਾ ਖੁਰਲੀ ਨਾ ਪਹਿਲੇ ਬਣਾ ਲੈਣੀ। ਪਹਿਲੇ ਤਾਂ ਭਰਤੀ ਹੋਣੀ ਹੈ ਨਾ, ਪਹਿਲੇ ਫਰਸ਼ ਬਣਨਾ, ਫਿਰ ਸਿਮਟ ਲੱਗਣਾ, ਫਿਰ ਪਤਾ ਲੱਗਣਾ ਥੱਲੇ ਫਰਸ਼ ਵੱਜਣਾ। ਠੀਕ ਹੋ ਗਿਆ। ਫਿਰ ਮਿਸਤਰੀ ਸਿਆਣੇ ਹੁੰਦੇ ਨੇ ਆਪੇ ਜਾਇਜ਼ ਦੱਸ ਸਕਦੇ ਨੇ। ਤੇ ਕਿੰਨੇ ਕੁ ਫੁੱਟ ਵਕਫਾ ਹੋਏ ਜਿੱਥੇ ਹਾਂ ਬੰਨਣਾ ਡੰਗਰ ਨੂੰ? ਲੱਗੇ ਨੇ ਸਾਡੇ। ਇਹ ਕਿੰਨੇ ਕਿੰਨੇ ਦਾ ਕੜਾ ਲੱਗਾ? 2 ਫੁੱਟ ਹੋਣਾ। ਨਹੀਂ ਇਹ 2 ਫੁੱਟ ਦਾ ਨਹੀਂ, ਇਹ ਕੋਈ ਤਕਰੀਬਨ 3.3 ਫੁੱਟ ਤੇ 4 ਦੇ ਹੋਈਏ 3 3.5 ਦੇ ਹੋਈਏ। ਠੀਕ ਹੈ। ਕੋਲ ਪਈਆਂ ਖਾਦੀਆਂ ਨੇ। ਤੇ ਜਿਹੜੀ ਸਹੀ ਹੈ, ਯਾਨੀ ਜਿਹੜੇ ਖੁੱਲੇ ਹੋਣਗੇ ਫਿਰ ਸਿੰਘ ਨਹੀਂ ਫਸਾਣਗੇ? ਸਿੰਘ ਨਹੀਂ ਫਸਾਣਾ ਫਿਰ ਉਸ ਹਿਸਾਬ ਦੇ ਡੰਗਰ ਖੁਰਲੀ ਦੇ ਬੱਦਲ ਜਿਹੜੀ ਦੂਜੇ ਨਾਲ ਰਸਾ ਨਾ ਫਸਾਏ। ਤੇ ਜਿਹੜੀ 3 ਫੁੱਟ ਦੀ ਖੁਰਲੀ ਦੱਸੀ ਦੋ ਤੇ ਕਿੰਨੇ ਡੰਗਰ ਵੱਜ ਜਾਣਗੇ ਆਰਾਮ ਨਾਲ? ਉਹਦੇ ਡੰਗਰ ਕੋਈ 40-50 ਆ ਜਾਂਦੇ। 40 ਦੋਵਾਂ ਸਾਈਡਾਂ ਤੋਂ? ਦੋਵਾਂ ਸਾਈਡਾਂ। ਯਾਨੀ 15 ਇੱਕ ਪਾਸੇ ਤੇ 15 ਇੱਕ ਪਾਸੇ? ਜੀ। ਹੁਣ ਉਹ ਸਾਡੀ ਖੁਰਲੀ ਖੁੱਲੇ ਡੰਗਰ 24 ਖਾ ਲੈਂਦੇ ਨੇ। ਉਹ ਜਿਹਾ ਘੜੇ ਲਾਏ ਦੇ ਨੇ ਕੋਈ 20। ਠੀਕ ਹੈ। ਸਹੀ ਹੈ। ਬੰਨ ਕੇ ਸੋ ਹੁੰਦਾ ਨਾ ਕੋਈ ਡਰ ਹੁੰਦਾ ਫਿਰ। ਤੇ ਮੱਝ ਜਿਹੜੀ ਉਹ ਕਿੱਥੋਂ ਲੈਣੀ ਚਾਹੀਦੀ ਹੈ ਤੇ ਕਿਹੜੀ ਲੈਣੀ ਚਾਹੀਦੀ ਹੈ? ਗੱਲ ਤੇ ਭਾਈ ਉਹ ਨੋਟਾਂ ਦੀ ਗੱਲ ਹੁੰਦੀ ਹੈ। ਬਾਹਰੋਂ ਮਈਆਂ ਲਿਆਏ ਮੰਡੀਆਂ 'ਚ। ਸਾਡਾ ਜਿਹਾ ਬੰਦਾ ਵੀ ਨਾਲ ਜਾਏ ਜਾਂ ਮਈਆਂ ਜਾਣਦਾ ਹੋਵੇ। ਤੁਸੀਂ ਮੱਝ ਲੈਣ ਜਾਂਦੇ ਹੋ ਸਭ ਤੋਂ ਪਹਿਲੇ ਕੀ ਵੇਖਦੇ? ਨਹੀਂ ਇਹਦੇ ਹੱਥੋਂ ਹੀ ਲੈਂਦੇ ਤੁਹਾਡੇ ਕੋਲ ਝੂਠ ਕਾਲੀ ਮਾਰਨਾ ਭਾਜੀ। ਅਸੀਂ ਅੱਡੀਆਂ 'ਚ ਵਧਾਰਾ ਮਾਰ ਹੀ ਲੈਂਦੇ ਹਾਂ। ਅੱਛਾ। ਵਧਾਰ ਦਾ ਨੁਕਸਾਨ ਨਹੀਂ ਹੁੰਦਾ?
ਉਹ ਮਾੜੇ ਬੰਦਿਆਂ ਫਿਰ ਆਪਣੀ ਟੀਮ ਤਾਂ ਚਲਾਣੀ ਹੁੰਦੀ, ਫਾਇਦਾ ਤੇ ਨਗਦਾਂ ਦਾ ਮਾਲ ਦਾ ਹੁੰਦਾ। ਬਾਰੀ ਦਾ ਪੈਸਾ ਨਾ ਦੇਣਾ ਹੋਏ ਉਸ ਮਾਲ 'ਚ ਕਮਾਈ ਹੁੰਦੀ ਹੈ। ਉਧਾਰ ਵਾਲਾ ਤੇ ਫਿਰ ਉਹ ਥੱਲੇ ਲੱਗ ਰਹਿੰਦਾ। ਉਹ ਉਧਾਰ ਵਾਲਾ ਕੁੱਤਾ ਨਹੀਂ ਹੈ। ਚਲੋ ਇਹ ਦੱਸੋ ਨਾ ਕਿ ਅਗਰ ਮੱਝ 2-2.5 ਦੀ ਚੰਗੀ ਲੱਭ ਜਾਂਦੀ ਹੈ। 2-2.5 ਮੱਝ ਜਿਹੜੀ ਉਹ ਕਿੰਨਾ ਦੁੱਧ ਦੇੜੇਗੀ? ਦੁੱਧ ਅੱਗੋਂ ਤੋਂ ਹਮ ਬਰਾਤ ਦਾ ਲੈਣਾ ਜੀ, ਇਹ ਝੂਠ ਜੇ। ਨਹੀਂ, ਇੱਕ ਜਦੋਂ ਲੈਣ ਜਾਂਦੇ ਆ ਉਦੋਂ ਦੁੱਧ ਵੇਖ ਕੇ ਪੈਸੇ ਭਰੀ ਆ ਕੇ ਕੋਈ ਮੈਂ ਭੈੜੀ ਪੈ ਜਾਂਦੀ, 100 ਵੱਧ ਘੱਟ ਵੀ ਹੋ ਜਾਂਦੇ ਜੀ। ਇਹ ਰੱਬ ਦੀ ਡੋਰੀ ਹੁੰਦੀ ਜੀ, ਅੱਲਾ ਨਾਲ ਭਜਾ ਲਈ, ਅੱਲਾ ਨਾਲ ਭਜਾਲੀ ਹੁੰਦੀ ਹੈ। ਚਲੋ ਇਹ ਦੱਸੋ ਨਾ ਕਿ ਤੁਸੀਂ ਬਿਲ ਫਰਜ਼ ਮੱਝ ਲੈਣ ਜਾਂਦੇ ਹੋ, ਹਾਂਜੀ ਇੱਥੋਂ ਹੀ ਚਲੋ ਲੈ ਲਓ ਕਿਤੋਂ, ਤੇ ਕਿਹੜੀ ਕਿਹੜੀ ਸ਼ੈ ਵੇਖਦੇ ਹੋ? ਭਾਜੀ ਤੁਹਾਨੂੰ ਨਾ ਜਿੰਨਾ ਸਾਨੂੰ ਪਤਾ ਤੁਹਾਨੂੰ ਨਹੀਂ ਲੱਗਣਾ। ਤੁਸੀਂ ਦੱਸੋ ਨਾ। ਫਰਕ ਤੁਹਾਨੂੰ ਕੋਈ ਦੇਸੀ ਦੇ ਤੋਂ ਦੇਸੀ ਲੈਣੀ, ਪਰ ਤੁਸੀਂ ਦੱਸੋਗੇ ਤਾਂ ਪਤਾ ਲੱਗੇਗਾ ਨਾ। ਬਾਹਰ ਦੀਆਂ ਬਈਆਂ ਨੇ। ਅੱਛਾ, ਇਹ ਸਾਰੀ ਨੀਲੀ ਭਾਰ ਦੀਆਂ? ਪਰ ਨਹੀਂ ਇਹ ਬੂਰੀਆਂ ਹੁੰਦੀਆਂ ਨੇ, ਕਾੜੇ ਲਿਆਉਂਦੀਆਂ ਨੇ। ਇਹ ਕਿੰਨੀਆਂ ਚ ਮਾਸ਼ਾਅੱਲਾ? ਸਾਡੇ ਕੋਲ ਅਜੇ 20-22 ਹੋਣੀ ਨੇ ਬੱਚੇ, ਤੇ ਛੋਟਾ ਵੱਡਾ ਸਾਰਾ ਮਾਲ ਪਾ ਕੇ ਕਿੰਨਾ? ਤਰੀਕ ਹੋਣੀ ਨੇ। ਤੇ ਤਰੀਆਂ ਦਾ ਕਿੰਨਾ ਕੁ ਦੁੱਧ ਮਿਲ ਜਾਂਦਾ ਅਗਰ ਕੋਈ ਬੰਦਾ ਰੱਖੇ, ਉਹਨੂੰ ਪਤਾ ਹੋਏ ਕਿ ਇੰਨਾ ਕੁ ਦੁੱਧ ਮੈਨੂੰ ਡੇਲੀ ਦਾ ਮਿਲ ਜਾਏਗਾ? 20 ਬਈਆਂ ਆਪਣੀਆਂ ਜ਼ਾਤੀ ਬੁੱਧੀ ਦੀਆਂ ਹੋਣ ਨਾ। ਹਾਂ, 6 ਮਣ ਦੋ ਤੁਹਾਂ ਚੋਣਾ ਉਹਨਾਂ ਥੱਲੇ। ਅੱਛਾ ਜੀ, ਆਹ ਆਪਣਾ ਤਾਂ 20-6 ਮਣ ਦੇ ਹੜਦੀਆਂ ਦੇ ਹੜਦੀਆਂ ਨੇ। ਮੰਡ ਸੇਵਾ ਕਰੀ ਤੇ 6 ਮਣ ਕਿੰਨੇ ਦਾ ਵਿਕੇਗਾ? 6 ਮਣ ਲਾ ਲਓ ਹਿਸਾਬ, 100 ਰੁਪਏ ਕਿਲੋ ਤੁਹਾਂ ਦੇਣਾ, ਕਿਸੇ ਨੂੰ 90 ਰੁਪਏ। ਉਹ ਤੁਹਾਂ 3 ਮਹੀਨਿਆਂ ਬਾਅਦ ਫੇਰ ਹੀ ਮਾਲ ਵਿੱਚ ਪਾਣਾ, ਕੋਈ ਸਾਦਾ 6 ਮਣ ਤੁਹਾਂ ਚੋਣਾ ਹੈ। ਅਗਲੀ ਬਲੀ ਤੁਹਾਂ 6 ਮਹੀਨਿਆਂ ਬਾਅਦ ਕਰਨੀ ਹੁੰਦੀ। ਠੀਕ ਹੈ, ਯਾਨੀ ਜਿਹੜੇ ਦੁੱਧ ਦਾ ਹੀ ਕਾਰੋਬਾਰ ਕਰਦੇ ਨੇ ਉਹਨਾਂ 6 ਮਹੀਨਿਆਂ ਬਾਅਦ ਫੇਰ ਲਹਿਰੀਆਂ ਲੈਣੀਆਂ ਲੈਣੀਆਂ। ਉਹ ਆਪਣੀ ਪੱਲੇ ਦੀ ਗੱਲ ਹੁੰਦੀ, ਜਿੰਨੇ ਸਵਾਣੀਆਂ ਹੁੰਦੀਆਂ ਨੇ ਸਵਾ ਵੀ ਲੈਂਦੇ ਨੇ। ਟੁੱਟਣ ਨਹੀਂ ਦਿੰਦੇ ਫਿਰ ਦੁੱਧ ਨੂੰ, ਕੱਟਣ ਨਹੀਂ ਦਿੰਦੇ ਫਿਰ। ਸਹੀ ਲਾਂਬੇ ਦੇ ਲਓ, ਮੈਂ ਚਲੋ ਬੱਕਰੀ ਹੋਈਏ ਲੱਖ ਦੀ ਜਾਂਦੀ ਹੈ, 1.25 ਲੱਖ ਦੀ। ਇਹਦੀ ਜਿਹੜੀ ਖਾਂਗੜੀ ਜਿਹਨੂੰ ਬਾਕੜੀ ਆਂਦੇ? ਹਾਂਜੀ, ਜੋ ਦੁੱਧ ਹੋਏ 4-500। ਹਾਂ, ਉਹਨੂੰ ਬਾਕੜੀ ਵੀ ਆਂਦੇ ਨੇ ਤੇ ਖਾਂਗੜੀ ਵੀ ਆਂਦੇ। ਉਹ ਇੱਕੋ ਹਿਸਾਬ ਹੁੰਦਾ। ਉਹ ਕਿੰਨੇ ਦੀ ਜਾਂਦੀ ਹੈ? ਲੱਖ ਸਵਾ ਲੱਖ ਦੀ? ਉਹ ਤਾਂ ਪਲੀ ਪੁਲੀ ਤੇ ਆ ਜਾਂਦੀ ਹੈ ਨਾ, ਲੱਖ ਦੀ। ਠੀਕ ਹੈ, ਸੋਹਣੀ ਝੋਟੀ ਹੋਵੇ। ਉਂਝ ਤੁਹਾਡੇ ਹਿਸਾਬ ਨਾਲ ਕੀ ਬਿਹਤਰ ਰਹਿੰਦਾ ਕਿ ਉਹਨੂੰ ਹੀ ਸਵਾਲਣਾ ਚਾਹੀਦਾ ਜਾਂ ਫਿਰ ਉਹਨੂੰ ਥੋੜੇ ਜਿਹੇ ਪੈਸੇ ਪਾ ਕੇ ਉਹ ਨਾਲ? ਆਪਣੇ ਪੱਲੇ ਦੀ ਗੱਲ ਹੁੰਦੀ ਹੈ ਬਾਬੂ ਜੀ। ਠੀਕ ਹੈ, ਸੰਡਾ ਵਿੱਚ ਹੋਏ ਮਈਆਂ ਜਲਦੀ ਨਵੀਆਂ ਹੋ ਜਾਣ, ਉਹ ਬੜੀ ਮੰਦਨ ਹੋ ਜਾਂਦੀ ਹੈ। ਤੇ ਜਿਹੜਾ ਅਗਰ 6 ਮਣ ਦੁੱਧ ਆ ਜਾਂਦਾ 20 ਦਾ ਚੰਗੀਆਂ ਮੱਝਾਂ ਦਾ, ਤੇ ਉਹ ਮੱਝਾਂ ਕਿੰਨਾ ਖਾਈ ਜਾਂਦੀਆਂ ਨੇ ਉਹਨਾਂ 'ਚ ਪੈਸੇ? ਅੱਧੇ ਅੱਧੇ ਉਹਦੇ ਤੇ ਅੱਧੇ ਤੁਹਾਡੇ? ਯਾਨੀ ਇੱਕ ਟਾਈਮ ਦਾ ਦੁੱਧ ਉਹਨਾਂ ਦਾ ਉਹਨਾਂ ਤੇ ਇੱਕ ਸਾਡਾ? ਇੱਕ ਸਾਡਾ। ਤੇ ਜਿਹੜੇ ਲੋਕ ਆਂਦੇ ਨੇ ਬਚਦਾ ਕੱਖ ਨਹੀਂ, ਉਹਨਾਂ ਨੂੰ ਕੀ ਕਹੋਗੇ? ਭਾਈ ਤੁਹਾਡੇ ਸਾਡੇ ਫਰਕ ਬੜਾ ਹੈ ਜੀ। ਤੁਹਾਂ ਨਗਦਾਂ ਦਾ ਮਾਲ ਪਾਉਣਾ, ਅਸੀਂ ਉਧਾਰ ਪਾਉਂਦੇ ਆ। ਤੁਸਾਂ ਬੰਦੇ ਵੀ 2 ਰੱਖਣੇ ਨੇ। 30,000 ਬੰਦਿਆਂ ਕੋਲ 40 ਲੈਣਾ ਤੁਹਾਡੇ ਕੋਲੋਂ। ਉਹ ਫਿਰ ਤੁਹਾਨੂੰ ਆਪੀ ਕਲਾ ਇਹਦੀ ਕੀ ਆਂਦੇ ਨੇ, ਗੁੱਜਰ ਸਹੀ ਜਾਂਦੇ ਨੇ, ਝੂਠ ਮਾਰਦੇ ਨੇ। ਉਹ ਲੱਗੋ ਤੁਹਾਡੀ ਕਲੀਨ ਹੋਣੀ ਹੈ। ਮੰਡ ਤੁਸੀਂ 15 ਲਿਆਓ, ਮਹੀਨੇ ਲਿਆਓ, ਤੁਹਾਡੀ ਆਪਣਾ ਹਿਸਾਬ ਹੋਣਾ ਹੈ। ਉਹ ਇਕੱਠਾ ਵੰਡ ਲੈਣਾ ਬਿਹਤਰ? ਇਕੱਠੇ ਹੀ ਫਾਇਦਾ ਹੁੰਦਾ ਹੈ। ਤੇ ਵੰਡ ਉਂਝ ਕਿੰਨਾ ਕੀ ਐਵਰੇਜ ਰੱਖਣੀ ਚਾਹੀਦੀ ਹੈ ਵੰਡ ਦੀ ਇੱਕ ਮੱਝ ਨੂੰ? ਦਲੀਆ ਤੇ ਖਲ ਤੇ ਚੋਕਰ ਬਸ। ਦਲੀਆ, ਖਲ, ਚੋਖਰ ਅਗਰ ਆਪਣਾ ਬਣਾ ਲਈਏ ਦੇਸੀ, ਯਾਨੀ ਆਪੀ ਚੀਜ਼ਾਂ ਲਿਆ ਕੇ, ਉਹ ਬਿਹਤਰ ਹੈ ਜਾਂ ਫਿਰ ਦੁਕਾਨ ਤੋਂ ਉਹ ਹੀ? ਬੜੀ ਹਾਂ ਤੇ ਕਦੀ ਬਣਾਇਆ ਜੀ ਤੇ ਬਾਜ਼ਾਰੋਂ ਹੀ ਲਈਦਾ ਜੀ। ਉਹ ਤਾਂ ਸਾਰਿਆਂ ਨੂੰ ਚੰਗਾ, ਕੋਈ ਪੈੜੀ ਪੰਨਾ ਆਪਣੇ ਹੋਏ ਮਕਈ ਦਾ ਲੋਕੀ ਬਣਾ ਲੈਂਦੇ ਨੇ। ਉਹਨਾਂ ਦੁੱਧੋਂ ਵੀ ਵੱਧਦੀਆਂ ਮੱਝਾਂ? ਉਹ ਹਾਂ ਤੇ ਕਦੀ ਪਾਇਆ ਨਹੀਂ ਜੇ ਬਾਊ ਜੀ ਮੈਂ ਤੁਹਾਡੇ ਕੋਲ ਝੂਠ ਮਾਰੀ। ਕੰਮ ਉਹ ਕਰਨਾ ਜਿਹੜਾ ਤੁਸੀਂ ਕਰਨੇ ਆ। ਉਹ ਦੱਸਣਾ। ਠੀਕ ਹੈ, ਉਹ ਅੱਗੋਂ ਤੁਹਾਡੀ ਸੋਚ ਹੋਣੀ ਕੋਈ ਦੱਸਣ ਤੋਂ। ਤੇ ਇਹ ਮੱਝਾਂ ਤੁਹਾਡੀਆਂ ਜਿਹੜੀਆਂ 30-40 ਮੱਝਾਂ ਨੇ, ਇਹ ਕਿੰਨਾ ਕੁ ਖਾ ਛੱਡਦੀਆਂ ਨੇ? ਪੱਠਾ ਕਿੰਨਾ ਕੁ ਦਿਹਾੜੀ ਦਾ ਖਾ ਭਾਈ ਛੱਡਦੀਆਂ? ਪੱਠੇ ਤੇ ਫਰੀ ਮਿਹਨਤ ਮਣ ਪਾਣੇ ਜੇ ਪੱਠੇ ਪਾਣੇ 8 ਕਿਲੋ ਮੰਡ ਪਾਣਾ। 400 ਬੋ 4 ਸ਼ਾਮ ਨੂੰ। ਸਾਡਾ ਲਹਿਰਾ ਦਿੰਦਾ ਵਾਲ ਵੀ ਸੁੱਕੀ ਦੀਆਂ ਵੀ ਨੇ, ਖੰਗੜੀਆਂ ਵੀ ਨੇ, ਵੀ 2-2 ਸਿਰ ਵੀ ਦੇਣ ਵਾਲੀ, ਵੀ 10 ਸਿਰ ਵੀ ਦੇਣ ਵਾਲੀਆਂ ਨੇ। ਠੀਕ ਹੈ, ਮਿਕਸ ਹੈ। ਆਹ ਤੇ ਆਪਣੀ ਕਲੀਨ ਚਲਾਣੀ ਹੁੰਦੀ ਹੈ। ਤੇ ਜਿਹੜੀਆਂ ਖਾਂਗੜੀਆਂ ਨੇ ਬਾਕੜੀਆਂ, ਉਹਨਾਂ ਨੂੰ ਵੀ ਤੁਸੀਂ ਪਾਉਂਦੇ ਵੰਡਾ ਛੰਡਾ? ਅਬਲ ਤਾਂ ਰੱਖਦੇ ਹੀ ਨਹੀਂ ਅਸੀਂ, ਹਾਂ, ਕੋਈ ਮਾਈ ਸਵਾਨੇ ਅਸੀਂ। ਠੀਕ ਹੈ, ਜਿਹੜੀ ਕੋਈ ਬਹੁਤੀ ਨਸਲੀ ਚੰਗੀ ਹੈ ਚੰਗੀ ਹੋਏ ਇਹਦੇ ਨਾਲ ਕੱਢੀ ਜਾਂਦੇ ਆ। ਤੇ ਤੁਹਾਡੀ ਕੀ ਰੁਟੀਨ ਹੁੰਦੀ ਹੈ 6 ਮਹੀਨੇ ਬਾਅਦ ਜਦੋਂ ਉਹਦੀ ਦੁੱਧ ਦੀ ਸਾਲ ਲਾਮ? ਬਾਅਦ ਚੰਗੀ ਮੈਂ 1.5 ਸਾਲ ਚੱਲਦੀ ਹੈ। ਕਿੰਨੀ ਲਾਮ ਹੁੰਦੀ ਹੈ? ਕਿੰਨੇ ਦੇਰ ਤੱਕ ਦੁੱਧ ਦਿੰਦੀ ਰਹਿੰਦੀ ਹੈ? ਲਾਮ ਕਿੰਨੀ ਹੈ? ਨਵੀਂ ਹੋਈ ਤਾਂ ਸਾਲ ਚੱਲ ਜਾਂਦੀ ਹੈ। ਨਹੀਂ, ਅੱਗੋਂ ਸੌ ਬਿਲ ਫਰਜ਼ ਹੁਣ ਸੂਈ ਹੈ ਮੱਝ ਅੱਜ, ਹਾਂਜੀ ਤੇ ਕਿੰਨੇ ਮਹੀਨੇ ਤੱਕ ਦੁੱਧ ਸਹੀ ਦਿੰਦੀ ਰਹੇਗੀ ਬਹੁਤਾ? ਸਾਲ ਵੀ ਦਿੰਦੀਆਂ ਨੇ ਬਾਹਰ ਦੀ ਮੱਝ, 8 ਮਹੀਨੇ ਵੀ ਦਿੰਦੀਆਂ ਨੇ। ਅੱਛਾ ਰੋਂਦਾ ਵੀ ਠੀਕ ਮਾਮਾ ਹੈ। ਵੇ। ਤੁਸੀਂ ਲਵਾਉਣੀ ਇਕੱਠੀ ਆਪਣੇ ਫਾਇਦੇ ਲਈ। ਮੌਸਮ ਲਵਾਈਏ 300 ਦੀ 400 ਦੀ ਮਣ ਲੱਭ ਜਾਂਦੀ ਹੈ। ਮੌਸਮ ਮਿਲਵਾਈਏ ਤੇ 200 ਦਾ ਬਚ ਜਾਂਦਾ ਸਿੱਧਾ। ਅਸੀਂ ਤਾਂ ਰੋਜ਼ ਲਿਆਉਂਦੇ ਆ। ਪਹਿਲਾਂ ਸਾਡੇ ਕੋਲ ਜਗ੍ਹਾ ਹੀ ਕੋਈ ਨਹੀਂ ਲਵਾਉਣ ਲਈ। ਵੰਡ ਵੀ ਰੋਜ਼ ਤੇ ਤੂੜੀ ਵੀ ਰੋਜ਼। ਤੇ ਮੁੱਲ ਦਾ ਹੀ? ਆ ਜੀ ਮੁੱਲ ਨਹੀਂ ਬਾਬੂ ਜੀ ਵਧਾ ਦਿਓ। ਮੋਹਤ ਕਿੱਥੇ ਜੇ ਸਾਡੀ ਕਿਹੜੀ
ਪੈਲੀ ਬੰਦੇ ਮੈਂ ਕਹਿ ਰਿਹਾ ਕਿ ਪਹਿਲੀ ਤੁਹਾਡੀ ਨਹੀਂ ਆਪਣੀ। ਨਹੀਂ ਜੀ, ਠੀਕ ਹੈ। ਅਸੀਂ ਹਰ ਚੀਜ਼ ਤੇ ਜਿਹੜੀ ਪੈਲੀ ਆਪਣੀ ਹੈ ਨਾ ਉਹਨੂੰ ਫਾਇਦਾ ਮਾਲ ਅੱਛਾ, ਜਿਨ੍ਹਾਂ ਦੀ ਨਹੀਂ 4 ਕਿਲੋ ਵੰਡ ਪਾ ਸਕਦਾ 3 ਕਿਲੋ ਹੀ ਪਾ ਲਾ। ਤੁਹਾਡੀ ਕੀ ਐਵਰੇਜ, ਤੁਸੀਂ ਕਿੰਨਾ ਪਾਉਂਦੇ ਹੋ? ਉਹ ਅਸੀਂ ਤਾਂ ਆਪਣੇ ਹਿਸਾਬ ਨਾਲ ਪਾਣੇ ਹੁੰਦੇ ਨੇ ਨਾ, ਅਸੀਂ ਕਿਹੜੇ ਪੱਠੇ ਆਮ ਪਾਣੇ ਆ ਪਏ। ਅਸੀਂ ਤਾਂ ਫਰੀ ਮੈਨ ਧੜੀ ਪਾਉਂਦੇ ਜੀ ਦੋਵਾਂ ਟਾਈਮਾਂ ਦਾ। ਠੀਕ ਹੋ ਗਿਆ। ਇਹ ਦੁੱਧ ਇੱਥੇ ਹੀ ਵੇਚਦੇ ਹੋ? ਨਹੀਂ ਸ਼ਹਿਰ ਦਿੰਦੇ ਹਲਵਾਈ ਕੋਲ ਜੀ 90 ਰੁਪਏ। 90 ਰੁਪਏ। ਤੇ ਕਿੰਨਾ ਮਣ ਤੁਹਾਡਾ ਦੁੱਧ ਹੋ ਜਾਂਦਾ? ਸਾਡਾ ਕੋ 3 ਮਣ ਦੁੱਧ ਜੀ। 3 ਮਣ ਦੁੱਧ। ਕਿੰਨੇ ਬੰਦੇ ਸਾਂਭਦੇ ਸਾਰਿਆਂ ਡੰਗਰਾਂ ਨੂੰ? ਰਾਤੀ ਦੇ ਅਸੀਂ ਚਾਰਜ ਉਹ 2 ਵੀ ਸਾਂਭ ਲੈਂਦੇ ਨੇ, ਬੁੱਢੇ ਬੰਦਿਆਂ ਨਾਲ ਆਸਰਾ ਪੇ ਕਰਵਾਉਂਦੇ ਆ। ਤੇ ਨਵੇਂ ਬੰਦੇ ਨੇ ਜਿਹਨੇ ਕਾਰੋਬਾਰ ਕਰਨਾ ਹੈ, ਉਹ ਅਗਰ ਮਹੀਨੇ ਦਾ 1.5 ਕਮਾਉਣਾ ਚਾਹੁੰਦਾ ਤਾਂ ਕੀ ਸਕੀਮ ਹੋਏ ਉਹਦੀ? ਇਹੋ ਸਕੀਮ ਪੈਸੇ ਲਾ ਲੈ ਕਰੋੜ ਰੁਪਈਆ। ਕਰੋੜ ਬਹੁਤਾ ਨੇ। ਨਾਲੇ ਕਰੋੜ ਜਿਵੇਂ ਚੰਗੇ ਲਿਆਉਣੇ, ਕਰੋੜ ਲਾਇਆ ਹੋਇਆ ਤੇ ਰੁਪਿਆ ਵੀ 10,000 ਬਣਾਉਣਾ ਰੋਜ਼। ਤੇ ਕਰੋੜ ਕਿਹੜੀ ਗੱਲ ਤੇ ਕਰੋੜ ਲਾਏ? ਕਰੋੜ ਤੁਹਾਡੇ ਆਟੋਮੈਟਿਕ ਲੱਗ ਜਾਣਾ, ਜਗ੍ਹਾ ਤੇ ਲੱਗ ਜਾਣਾ। ਤੂੜੀ ਵੰਡ ਇਕੱਠਾ ਲਾਉਣਾ 6 ਮਹੀਨਿਆਂ ਦਾ। ਡੰਗਰ ਲੈਣੇ ਨੇ, ਮੱਝਾਂ ਲਿਆਉਣੀਆਂ ਜੀ। ਇਸ ਜ਼ਮਾਨੇ 'ਚ ਕਰੋੜ ਕੋਈ ਗੱਲ ਹੀ ਨਹੀਂ। ਚਲੋ ਇੱਕ ਬੰਦੇ ਨੇ ਕਰੋੜ ਲਾ ਲਿਆ, ਕਿੰਨੇ ਮਹੀਨਿਆਂ ਬਾਅਦ ਜਾਂ ਕਿੰਨੇ ਸਾਲਾਂ ਬਾਅਦ ਉਹਦਾ ਕਰੋੜ ਵਾਪਸ ਆਈਏਗਾ? ਉਹ ਤੁਹਾਡੀ ਰਾਤ ਉੱਥੇ ਹੀ ਰਹਿਣੀ ਹੈ। ਵਾਪਸ ਵਾਲੀ ਗੱਲ ਕੋਈ ਨਹੀਂ। ਜੇ ਰੋਜ਼ ਤੁਹਾਨੂੰ ਜਿਹੜੀ ਕਮਾਈ ਹੋਣੀ ਉਹ ਹੁਣ ਲੱਭਣੇ ਨੇ। ਨਹੀਂ, ਵਾਪਸ ਜਿਹੜੇ ਆ ਰਹੇ ਨੇ ਉਹ ਵਾਪਸ ਹੀ ਆ ਰਹੇ ਨੇ ਨਾ, ਜਿਹੜੀ ਕਮਾਈ ਆ ਰਹੀ ਹੈ। ਯਾਰ ਅੱਗੋਂ ਫਿਰ 6 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਮਾਲ ਵੀ ਪਾਣਾ ਜੇ ਵਿੱਚ। ਤੇ ਜੇ ਅਗਰ ਉਹ ਮੁਨਾਫਾ ਵੀ ਲੈਣਾ ਹੋਏ ਤੇ ਜਿਹੜੀ ਆਪਣੀ ਲਾਗਤ ਲਾਈ ਉਹ ਵੀ ਵਾਪਸ ਲੈਣੀ ਹੈ, ਤਾਂ ਫਿਰ ਕੀ ਕਰੀਏ? ਵਾਪਸ ਲਾਣੀ ਹੋਏ ਫਿਰ ਤੁਹਾਨੂੰ ਗੇਮ ਚਲਾਣੀ ਹੈ ਆਪਣੀ ਦੁੱਧ ਦੀ। ਨਵੀਆਂ ਪੁਰਾਣੀਆਂ ਤੁਹਾਨੂੰ ਕਰਨੀਆਂ ਰਹਿਣੀਆਂ ਨੇ ਸਾਲ ਬਾਅਦ। ਜੇ ਘਰੋਂ ਸਵਾਓ ਤੇ ਫਿਰ ਕੋਈ ਗੱਲ ਨਹੀਂ, ਉਹ ਵੀ ਤੁਹਾਡੇ ਤਾਂ ਆਪਣੀ ਪੱਠੇ ਹੋਣ ਤੇ ਫਿਰ ਉਂਝ ਅਗਰ ਆਪਣੇ ਪੱਠੇ ਹੋਣ ਔਰ ਸਹੀ ਸੇਵਾ ਨਾਲ ਦੀ ਕੀਤੀ ਜਾਏ ਤਾਂ ਜਿਹੜਾ ਕਰੋੜ ਲਾਇਆ ਉਹ ਵਾਪਸ ਆ ਸਕਦਾ? ਉਹ ਆ ਸਕਦਾ ਵਾਪਸ, ਇੰਜ ਨਹੀਂ ਤੇ ਆ ਸਕਦਾ। ਸਾਡੇ ਡੰਗਰ ਰਵੋ ਤੇ ਇਹ ਫਿਰ ਨਾਲ ਸਾਵੀ ਮਿਹਨਤ ਕਰਨੀ ਪੈਣੀ। ਮਿਹਨਤ ਕਰਨੀ ਪੈਂਦੀ ਜੀ, ਮਿਹਨਤ ਬਗੈਰ ਨਹੀਂ ਜੇ ਕੰਮ ਹੁੰਦਾ। ਠੀਕ ਹੋ ਗਿਆ। ਬੰਦੇ ਤੋਂ ਤੁਹਾਨੂੰ ਲੱਭਣ ਨਹੀਂ ਚਾਲੇ ਜਿਹੜੇ ਵਾਢੇ ਟੋਕ ਕੇ ਪੱਠੇ ਪਾਣ ਉਹਨਾਂ ਨੂੰ ਸਾਂਭਣ। ਇੱਕ ਬੰਦਾ ਤੁਹਾਂ ਉੱਤੇ ਰਹਿਣਾ ਹੋਣਾ ਹਰ ਟਾਈਮ ਡੰਗਰਾਂ ਤੇ। ਨਹੀਂ ਚੋਣ ਦੇ ਟਾਈਮ ਆ ਗਏ ਦੁਪਹਿਰ ਨੂੰ ਪੱਠੇ ਪਵਾਏ ਕੋਲ। ਠੀਕ ਹੋ ਗਿਆ। ਵੇਚ ਦੋ ਵੀ ਨੌਕਰ ਦੇ ਮੰਜੇ ਨੂੰ ਪਾਣੀ ਵੀ ਨਹੀਂ ਦਿੰਦੇ ਸਹੀ ਕਾਲੀ ਨਾਲ। ਉਹ ਜੀ ਡੰਗਰ ਖੁੱਲੇ ਰੱਖਣੇ ਚਾਹੀਦੇ ਨੇ, ਅਗਰ ਜਗ੍ਹਾ ਹੋਏ ਬੰਦਾ ਖੁੱਲੇ ਪੈਪ ਸ਼ੈਪ ਲਾ ਕੇ ਤੇ ਵਾੜਾ ਬਣਾ ਦੇ। ਉਹ ਤਾਂ ਆਪਣੀ ਜਗ੍ਹਾ ਹੋਏ ਵਾੜੇ ਬਣ ਜਿੰਨਾ ਪਾਵੇ ਉਂਝ ਉਹ ਬਿਹਤਰ ਕੰਮ। ਉਹ ਸਾਰਿਆਂ ਨਾਲ ਚੰਗਾ। ਵਿੱਚ ਹੀ ਪੱਠੇ ਵੀ ਸੁੱਟੜੇ, ਵਿੱਚ ਹੀ ਖੁੱਲੀਆਂ ਵੀ ਬਣਾਈਆਂ ਹੁਣ, ਪਾਣੀ ਵੀ ਲਿਆਦਾ ਰੱਖਣਾ ਚੋਣ ਚਾਣ ਲਈ ਸਿਆਲ ਨਾਲ ਛਿੰਡੋ। ਨਹੀਂ ਉਹ ਵਿੱਚ ਮਤਲਬ ਫੋਰ ਐਗਜ਼ਾਮਪਲ ਵਾੜਾ ਬਣਾਇਆ ਬਿਲਫਰਜ਼ ਆਈ ਤੁਹਾਡੇ ਕੋਲ, ਤੇ ਤੁਸੀਂ ਇਹਦੇ ਵਿੱਚ ਇੱਕ ਸਾਈਡ ਤੇ ਖੁੱਲੀ ਬਣਾ ਲਓ। ਪੁਰਾਣੇ ਇੱਕ ਪਾਸੇ ਤੋਂ ਖੁੱਲੀਆਂ ਰੱਖਣੀਆਂ ਨੇ, ਚੋਣਾ ਬੰਨਣਾ ਇਹਨਾਂ ਨੂੰ। ਤੂੰ ਜਦੋਂ ਉਹਨਾਂ ਨੂੰ ਬਾਹਰ ਕੱਢਣਾ ਵੱਖਰੇ ਵਾੜੇ ਡੱਕ ਸੈਡਿੰਗ। ਹਾਂਜੀ, ਉੱਥੇ ਹੀ ਪਾਣੀ ਵਾਲੀ ਹੁੰਦੀ ਹੋਈ ਹੈ, ਉੱਥੇ ਹੀ ਹੋਈ ਹੈ। ਪਈਆਂ ਆਪਣੀ ਮਰਜ਼ੀ ਨਾਲ ਪੀਣ ਮਰਜ਼ੀ ਨਾਲ। ਉਹ ਉਂਝ ਬਿਹਤਰ। ਉਹ ਬਿਹਤਰ। ਉਂਝ ਜਿਹੜੀ ਖੁੱਲੀ ਜਗ੍ਹਾ ਰੱਖਣੀ ਹੈ ਜਿੱਥੇ ਡੰਗਰ ਹਰ ਵਕਤ ਖੁੱਲੇ ਹੀ ਰਹਿਣ। ਹਾਂਜੀ ਹਾਂਜੀ, ਆਪਣੀ ਮਰਜ਼ੀ ਨਾਲ ਉੱਠਣ ਬਹਿਣ ਫਿਰਨ ਖੁਰਕਣ ਜੋ ਮਰਜ਼ੀ ਕਰਨ। ਜਗ੍ਹਾ ਕਨਾਲ ਵੱਖਰੀ ਕਨਾਲ ਹੋਣੀ ਚਾਹੀਦੀ। ਠੀਕ ਹੋ ਗਿਆ। ਚਿੜਾਈ ਵਿੱਚ ਬਣੀ ਹੋਈ ਸਿਸਟਮ ਤੁਹਾਡਾ ਜ਼ਬਰਦਸਤ। ਫਿਰ ਤਾਂ ਫਿਕਰ ਨਹੀਂ ਰਹਿੰਦਾ ਨੌਕਰ ਦਾ ਨਾ ਜਾਵੇ। ਫਿਰ ਤਾਂ ਇਕੱਲਾ ਬੰਦਾ ਵੀ ਸਾਂਭ ਸਕਦਾ। ਨਹੀਂ ਬੰਦੇ ਧਾਰਾਂ ਤੋਂ ਨਾ ਵੇਲੇ ਬੁਲਾ ਲੇ, ਉਂਝ ਤੇ ਇਕੱਲਾ ਹੀ ਸਾਂਭ ਸਕਦਾ ਨਾ। ਪਾਣੀ ਡਾਣਾ ਹੋ, ਪੱਠੇ ਪਾਣੇ ਹੋ, ਮਰਜ਼ੀ ਆਪਣੀ ਮਰਜ਼ੀ ਨਾਲ। ਇਕੱਲੇ ਬੰਦੇ ਨਹੀਂ ਜੇ ਕੰਮ ਕਰਦੇ।